ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਸੱਚਮੁੱਚ ਕਿਰਪਾ ਦਾ ਖਣੀ ਹੈ ਅਤੇ ਸਾਡੇ ਉੱਤੇ ਦਇਆ ਕਰਕੇ, ਤਰਸ ਕਰਕੇ ਸਾਨੂੰ ਆਪਣੇ ਜੀਵਨ ਦੇ ਕੇ ਆਪਣੀ ਮਹਿਮਾ ਦੇ ਲਈ ਆਪਣੇ ਕੋਲ ਰਚਦਾ ਹੈ। ਅਸੀਂ ਉਸ ਦੇ ਲਈ ਤੇਰਾ ਧੰਨਵਾਦ, ਤੇਰੀ ਮਹਿਮਾ ਕਰਦੇ ਹਾਂ। ਨਿਤ ਪ੍ਰਤੀ ਦਿਨ ਤੂੰ ਸਾਨੂੰ ਆਪਣਾ ਜੀਵਨ ਦੇ ਕੇ ਆਪਣੇ ਨੇੜੇ ਆਪਣੇ ਵਚਨ ਦੇ ਨਾਲ ਬੁਲਾਉਂਦਾ ਹੈ। ਉਸ ਦੇ ਲਈ ਵੀ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦਾ ਜਦੋਂ ਅਸੀਂ ਮਨਨ ਕਰਨ ਜਾ ਰਹੇ ਹਾਂ, ਇਸ ਨੂੰ ਸਮਝਣ ਦੇ ਲਈ, ਸਿੱਖਣ ਦੇ ਲਈ ਔਰ ਇਸ ਦੇ ਅਨੁਸਾਰ ਚੱਲਣ ਦੇ ਲਈ ਸਾਡੀ ਮਦਦ ਕਰੀਂ, ਤਾਂ ਕਿ ਅਸੀਂ ਤੇਰੇ ਵਚਨ ਦੇ ਵਿੱਚੋਂ ਸਿੱਖਦੇ ਹੋਏ ਤੇਰੀ ਜਿਉਂਦੀ ਆਸ ਦੇ ਵਿੱਚ ਤੇਰੇ ਰਾਜ ਦੇ ਲਈ ਵਧਦੇ ਜਾਈਏ, ਜਿਸ ਦੇ ਵਿੱਚ ਪਰਮੇਸ਼ਰ ਪਿਤਾ ਸਾਡਾ ਜੀਵਨ ਤੇਰੇ ਉਸ ਸਵਰਗੀ ਬਰਕਤ, ਸਵਰਗੀ ਆਸ ਦੇ ਵਿੱਚ ਭਰਪੂਰ ਹੋ ਜਾਵੇ। ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ, ਦੋਨਾਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ। ਦੋਨਾਂ ਦੇ ਜੀਵਨ ਦੇ ਵਿੱਚ ਆਪਣੀ ਸਮਝ, ਆਪਣਾ ਗਿਆਨ ਔਰ ਆਪਣੀ ਬੁੱਧ ਦੇ, ਤਾਂ ਕਿ ਤੇਰੀ ਤੌਫੀਕ ਸਾਡੇ ਜੀਵਨ ਦੇ ਵਿੱਚ ਤੇਰੀ ਆਸ਼ੀਸ਼ ਦਾ ਕਾਰਨ ਬਣੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ, ਉਹ ਲਿਆ ਹੈ ਦੂਸਰਾ ਕਰੰਥੀਆਂ 4 ਅਧਿਆਏ ਉਹਦੀ 10 ਆਇਤ ਵਿੱਚੋਂ। ਇੱਥੇ ਲਿਖਿਆ ਹੈ, ਅਸੀਂ ਯਿਸੂ ਦੇ ਮਰਨ ਨੂੰ ਆਪਣੀ ਦੇਹ ਵਿੱਚ ਸਦਾ ਲਈ ਫਿਰਦੇ ਹਾਂ, ਤਾਂ ਜੋ ਯਿਸੂ ਦਾ ਜੀਵਨ ਵੀ ਸਾਡੀ ਦੇਹ ਵਿੱਚ ਪ੍ਰਗਟ ਹੋਵੇ। ਪੌਲਸ ਰਸੂਲ ਦੀ ਇਹ ਦੂਸਰਾ ਕਰੰਥੀਆਂ ਦੀ ਪੱਤਰੀ ਹੈ ਔਰ ਇਸ ਨੂੰ ਪੌਲਸ ਰਸੂਲ ਨੇ ਰੋਮ ਦੇ ਵਿੱਚੋਂ ਬੈਠ ਕੇ ਇਹ ਰੋਮ ਦੇ ਕਲੀਸਿਆ ਦੇ ਭਾਈ ਭੈਣਾਂ ਅਤੇ ਬੱਚੇ ਬਜ਼ੁਰਗਾਂ ਨੂੰ ਲਿਖੀ ਹੈ ਔਰ ਅੱਜ ਇਹ ਸਾਡੇ ਲਈ ਵੀ ਹੈ। ਔਰ ਪੌਲਸ ਇਸ ਵਿੱਚ ਸਾਨੂੰ ਇੱਕ ਚੀਜ਼ ਦੱਸਦਾ ਹੈ ਕਿ ਅਸੀਂ ਯਿਸੂ ਦੇ ਮਰਨ ਨੂੰ ਆਪਣੀ ਦੇਹ ਵਿੱਚ ਸਦਾ ਲਈ ਫਿਰਦੇ ਹਾਂ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਪ੍ਰਭੂ ਯਿਸੂ ਮਸੀਹ ਦਾ ਜੀਵਨ ਸਾਡੇ ਅੰਦਰ ਕਿਵੇਂ ਆਉਂਦਾ ਹੈ ਅਤੇ ਕਿਵੇਂ ਸਾਡੇ ਵਿੱਚ ਵੱਧਦਾ ਹੈ। ਇਹ ਦੋ ਇਹੋ ਜਿਹੀਆਂ ਗੱਲਾਂ ਹੈ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਾਨੂੰ ਨਿਤ ਪ੍ਰਤੀ ਦਿਨ ਮਸੀਹ ਯਿਸੂ ਦੇ ਨਾਲ ਚੱਲਣ ਦੇ ਲਈ ਸਾਨੂੰ ਵਿਵਸ਼ ਕਰਦੀਆਂ ਹਨ। ਅਸੀਂ ਸਮਝਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਸਾਨੂੰ ਬਹੁਤ ਸਤਾਉਂਦੀ ਹੈ। ਜਦ ਤੱਕ ਅਸੀਂ ਇਸ ਭ੍ਰਿਸ਼ਟ ਅਤੇ ਅਸ਼ੁੱਧ ਸੁਭਾਅ ਦੇ ਅਧਿਕਾਰ ਦੇ ਹੇਠਾਂ ਰਹਿੰਦੇ ਹਾਂ, ਤਦ ਤੱਕ ਸਾਨੂੰ ਸਵਰਗੀ ਜੀਵਨ ਦੀ ਮਿਰਾਸ ਪ੍ਰਾਪਤ ਨਹੀਂ ਹੁੰਦੀ। ਇਹਦਾ ਮਤਲਬ ਜਿਹੜੇ ਸਰੀਰ ਦੇ ਨਾਲ ਜੀਂਦੇ ਨੇ, ਜਿਹੜੇ ਸਰੀਰ ਦੇ ਵਿੱਚ ਜੀਵਨ ਬਤੀਤ ਕਰਦੇ ਨੇ, ਉਹਨਾਂ ਨੂੰ ਸਵਰਗੀ ਮਿਰਾਸ ਪ੍ਰਾਪਤ ਨਹੀਂ ਹੁੰਦੀ। ਇਸ ਗੱਲ ਨੂੰ ਯਾਦ ਰੱਖਣਾ। ਸਰੀਰ ਦੇ ਨਾਲ ਕਦੇ ਵੀ ਅਸੀਂ ਪਰਮੇਸ਼ਵਰ ਦੇ ਨਾਲ ਆਪਣਾ ਸੰਬੰਧ ਨਹੀਂ ਜੋੜ ਸਕਦੇ। ਸਾਡਾ ਸੰਬੰਧ ਉਹਦੇ ਨਾਲ ਨਹੀਂ ਜੁੜ ਸਕਦਾ। ਸਾਨੂੰ ਸਰੀਰ ਨੂੰ ਮਾਰਨਾ ਪਏਗਾ। ਜਦ ਤੱਕ ਸਰੀਰ ਮਰਦਾ ਨਹੀਂ, ਉਦੋਂ ਤੱਕ ਪਰਮੇਸ਼ਵਰ ਦੀ ਮਿਰਾਸ ਭਾਵ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹਦੀ ਆਸ਼ੀਸ਼ ਸਾਡੇ ਕੋਲ ਨਹੀਂ ਆਵੇਗੀ। ਇਹ ਬੜੀ ਸਪਸ਼ਟ ਗੱਲ ਹੈ। ਇਹ ਬੜੀ ਗੰਭੀਰ ਗੱਲ ਹੈ। ਕਈ ਲੋਕ ਮਸੀਹ ਦੇ ਵਿੱਚ ਆ ਜਾਂਦੇ ਹਨ, ਪਰ ਉਹ ਸਰੀਰ ਨੂੰ ਛੱਡਦੇ ਨੇ। ਸਰੀਰ ਦੇ ਉੱਤੇ ਆਪਣਾ ਪੂਰਾ ਧਿਆਨ ਲਾਉਂਦੇ ਆ, ਸਰੀਰ ਦੇ ਉੱਤੇ ਆਪਣਾ ਜ਼ਿਆਦਾ ਸਮਾਂ ਵੇਸਟ ਕਰਦੇ ਆ, ਸਰੀਰ ਦੇ ਉੱਤੇ ਹਰ ਇੱਕ ਉਹ ਸੰਭਵ ਗੱਲ ਕਰਦੇ ਹੈ ਜਿਹੜੀ ਕਿ ਪਰਮੇਸ਼ਵਰ ਨੂੰ ਯੋਗ ਨਹੀਂ ਹੈ। ਪਰਮੇਸ਼ਵਰ ਨੇ ਮਨੁੱਖ ਬਣਾਇਆ, ਬੜਾ ਵਧੀਆ ਬਣਾਇਆ, ਕੋਈ ਉਹਦੇ ਵਿੱਚ ਕਮੀ ਨਹੀਂ। ਮੈਂ ਉਸ ਵਚਨ ਨੂੰ ਪੜ੍ਹਨਾ ਚਾਹੁੰਦਾ ਹਾਂ, ਉਪਦੇਸ਼ਕ ਦੀ ਪੋਥੀ ਔਰ ਉਸ ਦਾ 7 ਅਧਿਆਏ
ਉਪਦੇਸ਼ਕ ਦੀ ਪੋਥੀ ਹੈ, ਉਹਦੇ ਵਿੱਚ ਜੋ ਸੁਲੇਮਾਨ ਹੈ ਉਹ ਦੱਸਦਾ ਹੈ ਕਿ ਪਰਮੇਸ਼ਵਰ ਨੇ ਮਨੁੱਖ ਨੂੰ ਕਿਸ ਤਰ੍ਹਾਂ ਦਾ ਦੇਖੋ, ਮੈਂ ਨਿਰੀ ਇਹੋ ਗੱਲ ਪਾਈ ਹੈ ਕਿ ਪਰਮੇਸ਼ਵਰ ਨੇ ਮਨੁੱਖ ਨੂੰ ਸਿੱਧਾ ਬਣਾਇਆ। ਪਰਮੇਸ਼ਵਰ ਨੇ ਮਨੁੱਖ ਨੂੰ ਸਿੱਧਾ ਬਣਾਇਆ, ਪਰ ਉਹਨੇ ਬਹੁਤ ਸਾਰੀਆਂ ਯੁਕਤੀਆਂ ਕੱਢੀਆਂ। ਕਾਹਦੇ ਲਈ? ਸਰੀਰ ਦੇ ਲਈ। ਮੇਰਾ ਸਰੀਰ ਇੱਦਾਂ ਦਾ ਹੋਣਾ ਚਾਹੀਦਾ, ਮੈਂ ਇੱਦਾਂ ਦਾ ਦਿਖਣਾ ਚਾਹੀਦਾ, ਮੈਨੂੰ ਆਹ ਚੀਜ਼ ਛੂਟ ਬੈਠਦੀ ਹੈ, ਮੈਂ ਆਹ ਚੀਜ਼ ਕਰਾਂਗਾ। ਬਟ ਪਰਮੇਸ਼ਵਰ ਨੇ ਤਾਂ ਬਹੁਤ ਅੱਛਾ ਔਰ ਬਹੁਤ ਸਿੱਧਾ। ਮੈਂ ਕਹਿੰਦਾ ਹਾਂ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਬਹੁਤ ਲੋਕ ਘੰਟਾ ਘੰਟਾ ਲੋਕ ਸ਼ੀਸ਼ੇ ਦੇ ਮੂਹਰੇ ਖੜੇ ਰਹਿੰਦੇ ਆ, ਬਹੁਤ ਕੁਝ ਕਰਦੇ ਆ ਔਰ ਅਲੱਗ-ਅਲੱਗ ਡਰੈਸ ਬਦਲ ਕੇ ਦੇਖਦੇ ਆ। ਵਾਟ ਇਜ਼ ਦ ਮੀਨਿੰਗ? ਇਹ ਸਰੀਰ ਔਰ ਸਰੀਰ ਦੀਆਂ ਵਸਤਾਂ, ਸਰੀਰ ਦੀਆਂ ਗੱਲਾਂ ਨਾਸ਼ਵਾਨ ਹੈ, ਨਾਸ਼ ਹੋ ਜਾਣੀਆਂ। ਇਹ ਸਾਡੇ ਨਾਲ ਸਵਰਗ ਦੇ ਵਿੱਚ ਨਹੀਂ ਹੋਣੀਆਂ ਹੈ। ਬਾਈਬਲ ਦੇ ਵਿੱਚ ਪੌਲਸ ਰਸੂਲ ਇਸ ਗੱਲ ਨੂੰ ਬਹੁਤ ਵਿਸਤਾਰ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਮੇਰੇ ਹੱਥ ਕਿੱਦਾਂ ਦੇ, ਮੇਰੇ ਪੈਰ ਕਿੱਦਾਂ ਦੇ, ਮੇਰੀਆਂ ਅੱਖਾਂ ਕਿੱਦਾਂ ਦੀਆਂ, ਮੇਰੇ ਕੰਨ ਸੋਹਣੇ ਲੱਗਦੇ। ਬਹੁਤ ਸਾਰੀਆਂ ਗੱਲਾਂ ਅਸੀਂ ਦਿਨ ਚਰਿਆ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸਰੀਰ ਦੇ ਨਾਲ ਵੇਖਦੇ ਹਾਂ। ਔਰ ਕਈ ਲੋਕ, ਮੈਨੂੰ ਯਾਦ ਹੈ ਅਸੀਂ ਜਲੰਧਰ ਦੇ ਵਿੱਚ ਸਨ ਤੇ ਅਸੀਂ ਪ੍ਰਭੂ ਦੇ ਵਚਨ ਨੂੰ ਵੰਡਣ ਦੇ ਲਈ ਉਸ ਜਗ੍ਹਾ ਦੇ ਉੱਤੇ ਆਊਟਰੀਚ ਟੀਮ ਵਰਕ ਕਰ ਰਹੇ ਸੀ। ਤਾਂ ਉੱਥੇ ਕੁਝ ਭਾਈ ਸਾਡੇ ਨਾਲ ਸਾਊਥ ਦੇ ਸੀ। ਸਾਊਥ ਦਾ ਅਸੀਂ ਸਿਸਟਮ ਲੈਂਦੇ ਹਾਂ ਤਾਂ ਉਹ ਲੋਕ, ਉਹਨਾਂ ਦਾ ਜਿਹੜਾ ਰੰਗ ਹੈ ਉਹ ਸਾਂਵਲਾ ਰੰਗ ਹੁੰਦਾ ਹੈ, ਜਾਂ ਐ ਕਹਿ ਲਓ ਕਿ ਸਾਂਵਲੇ ਰੰਗ ਨੂੰ ਅਸੀਂ ਕਹਿ ਸਕਦੇ ਹਾਂ ਕਾਲਾ। ਔਰ ਉਹ ਭਾਈ ਜਦੋਂ ਅਸੀਂ ਸਵੇਰ ਨੂੰ ਫਟਾਫਟ ਨਹਾ ਧੋ ਕੇ ਅਸੀਂ ਤਾਂ ਤਿਆਰ ਹੋ ਜਾਂਦੇ ਸੀ, ਪਰ ਉਹ ਜਿਹੜੇ ਭਾਈ ਸੀ ਉਹ ਆਪਣੇ ਆਪ ਨੂੰ, ਉਹਨਾਂ ਨੇ ਖੜੇ ਹੋਣਾ, ਪੈਂਟਾਂ ਸ਼ਰਟਾਂ ਦੇਖਣੀਆਂ ਔਰ ਮੂੰਹ ਦੇ ਉੱਤੇ ਪਤਾ ਨਹੀਂ ਕੀ ਉਹਨਾਂ ਨੇ ਲਾਉਣਾ ਔਰ ਕਰੀਮਾਂ ਉਹਨਾਂ ਨੇ ਲਾਣੀਆਂ। ਸਾਡੇ ਇੱਕ ਭਾਈ ਨੇ ਕਿਹਾ, ਬ੍ਰਦਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਮੈਂ ਕਿਹਾ ਕਹੋ। ਕਹਿੰਦਾ ਯਾਰ ਇਹ ਇੰਨਾ ਕੁਝ ਕਰਦੇ ਆ, ਇੰਨਾ ਕੁਝ ਲਾਉਂਦੇ ਆ, ਇਹਦਾ ਕੀ ਮਤਲਬ? ਉਹ ਸਾਡੀ ਕਲੀਸਿਆ ਦਾ ਭਾਈ ਸਾ ਤੇ ਉਹਨੇ ਇੱਕ ਗੱਲ ਕਹੀ। ਮੈਂ ਕਿਹਾ ਤੂੰ ਉਹਦੇ ਨਾਲ ਜਾ ਕੇ ਗੱਲ ਕਰ। ਉਹ ਉਹਦੇ ਕੋਲ ਚਲਾ ਗਿਆ, ਵਿਚਾਰਾ ਸਿੱਧਾ ਪੰਜਾਬੀ ਸੀ ਔਰ ਪ੍ਰਭੂ ਦਾ ਵਚਨ ਨੂੰ ਸਾਡੇ ਕੋਲੋਂ ਸਿੱਖ ਰਿਹਾ ਸੀ, ਬੜਾ ਅੱਛਾ ਸੀ। ਔਰ ਉਸਨੇ ਕਿਹਾ, ਕਹਿੰਦਾ ਭਾਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਕਹਿੰਦਾ ਹਾਂਜੀ ਕਹੋ। ਤੁਸੀਂ ਕਰੀਮ ਕਾਹਦੇ ਵਾਸਤੇ ਲਾਉਂਦੇ ਹੋ? ਕਹਿੰਦਾ ਫੇਸ ਸਾਫ਼ ਹੋਣ ਦੇ ਲਈ। ਕਹਿੰਦਾ ਫਿਰ ਪੱਥਰ ਨਾਲ ਵੀ ਰਗੜ ਲਓ, ਸਾਫ਼ ਨਹੀਂ ਹੋਣਾ। ਰਹਿਣਾ ਤਾਂ ਤੁਸੀਂ ਉੱਦਾਂ ਦੇ, ਜੋ ਪ੍ਰਭੂ ਨੇ ਤੁਹਾਨੂੰ ਫੇਸ ਦੇ ਦਿੱਤਾ ਹੈ, ਜੋ ਸਾਦਗੀ ਦੇ ਦਿੱਤੀ, ਉਹੀ ਰਹਿਣਾ ਹੈ। ਤੁਸੀਂ ਕੀ ਕਰ ਰਹੇ ਹੋ? ਪਰਮੇਸ਼ਵਰ ਦੀ ਇੰਨੀ ਸੋਹਣੀ ਦਿੱਤੀ ਹੋਈ ਸ਼ਕਲ ਦੇ ਉੱਤੇ, ਪਰਮੇਸ਼ਵਰ ਦੇ ਦਿੱਤੇ ਹੋਏ ਇੰਨੇ ਸੋਹਣੇ ਚਿਹਰੇ ਦੇ ਉੱਤੇ ਤੁਸੀਂ ਕੀ ਦੁਨੀਆ ਦੀ ਇਹ ਅਵਸਥਾ ਲਾ ਕੇ ਤੁਸੀਂ ਆਪਣੇ ਆਪ ਦੇ ਚਿਹਰੇ ਦਾ ਨਾਸ਼ ਮਾਰ ਰਹੇ? ਔਰ ਉਹ ਭਾਈ ਨੇ ਬਾਅਦ ਦੇ ਵਿੱਚ ਮੇਰੇ ਨਾਲ ਗੱਲ ਕੀਤੀ। ਕਹਿੰਦਾ ਬ੍ਰਦਰ ਇਹ ਤੁਹਾਡਾ ਬੰਦਾ ਹੈ, ਇਹਨੇ ਗੱਲ ਕੀਤੀ। ਮੈਂ ਕਿਹਾ ਹਾਂਜੀ ਬਹੁਤ ਅੱਛਾ ਹੈ ਔਰ ਸਿੱਖ ਰਿਹਾ। ਕਹਿੰਦਾ ਬੜੀ ਵਧੀਆ ਗੱਲ ਕਰ ਰਿਹਾ। ਮੈਂ ਕਿਹਾ ਬਹੁਤ ਅੱਛੀ ਗੱਲ ਕਰ ਰਿਹਾ, ਤਾਂ ਤੁਸੀਂ ਉਸ ਨੂੰ ਅਪਲਾਈ ਵੀ ਕਰੋ, ਮੰਨੋ ਵੀ। ਜਦ ਤੱਕ ਅਸੀਂ ਇਸ ਗੱਲ ਨੂੰ ਸਹੀ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਮੰਨਦੇ ਨਹੀਂ, ਅਸੀਂ ਕਰਦੇ ਨਹੀਂ, ਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਇੱਕ ਹੋਰ ਆਪਣਾ ਮੈਂ ਤੁਹਾਨੂੰ ਦਾ ਐਕਸਪੀਰੀਅੰਸ ਦਿੰਦਾ ਹਾਂ। ਇੱਕ ਭਾਈ ਸੀਗੇ ਜਿਨ੍ਹਾਂ ਦਾ ਚੈਨਲ ਸੀ ਪੈਗਾਮ, ਜਲੰਧਰ ਤੋਂ ਆਏ ਸੀ ਉਹ ਵੀ। ਉਹਨਾਂ ਨੇ ਕਿਹਾ ਬ੍ਰਦਰ ਅਸੀਂ ਤੁਹਾਡੀ ਟੈਸਟਮਨੀ ਸੁਣਨੀ ਹੈ ਅਤੇ ਤੁਹਾਡੇ ਅਸੀਂ ਇਹ ਟੈਸਟਮਨੀ ਨੂੰ ਅਸੀਂ ਅਲੱਗ-ਅਲੱਗ ਚੈਨਲਾਂ ਦੇ ਵਿੱਚ ਆਪਣੇ ਚੈਨਲ ਤੋਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ। ਮੈਂ ਕਿਹਾ ਬਹੁਤ ਅੱਛੀ ਗੱਲ ਹੈ, ਗਵਾਹੀ ਦੇਣਾ ਤਾਂ ਬਹੁਤ ਵੱਡੀ ਗੱਲ ਹੈ ਔਰ ਇਸ ਗਵਾਹੀ ਦੇ ਨਾਲ ਬਹੁਤ ਸਾਰੇ ਜੀਵਨ ਬਦਲਦੇ ਆ। ਤੇ ਉਹਨਾਂ ਨੇ ਮੈਨੂੰ ਸੈੱਟ ਦੇ ਵਿੱਚ ਬਿਠਾਲ ਦਿੱਤਾ, ਜਿੱਦਾਂ ਉਹਨਾਂ ਦਾ ਸਟੂਡੀਓ ਬਣਦਾ ਹੈ, ਸੈੱਟ ਦੇ ਬਿਠਾਲ ਦਿੱਤਾ। ਤੇ ਉਹਨਾਂ ਨੇ ਕਿਹਾ ਬ੍ਰਦਰ ਤੁਹਾਡੇ ਇੱਥੇ ਕਾਲਾਪਨ ਦਾ, ਇੱਥੇ ਇੱਦਾਂ ਦਾ, ਆਹ ਲਾਓ ਆਹ ਲਾਓ। ਮੈਂ ਉਹਨੂੰ ਇੱਕੋ ਹੀ ਗੱਲ ਕਹੀ, ਮੈਂ ਕਿਹਾ ਭਰਾ
ਜਿੱਦਾਂ ਦਾ ਹੈ ਉਦਾਂ ਦਾ ਮੈਨੂੰ ਪੇਸ਼ ਕਰ। ਜੇ ਨਹੀਂ ਕਰ ਸਕਦਾ ਤਾਂ ਬਰਾਏ ਮਿਹਰਬਾਨੀ ਇਹਨਾਂ ਨੂੰ ਚੱਕ ਲੈ। ਮੇਰੀ ਗਵਾਹੀ ਪਰਮੇਸ਼ਰ ਆਪੇ ਹੀ ਮੈਨੂੰ ਜਿੱਥੇ ਲੈ ਕੇ ਜਾਣਾ ਚਾਹੁੰਦਾ ਉੱਥੇ ਪੇਸ਼ ਕਰੇਗਾ। ਤਦ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਉਸ ਗਵਾਹੀ ਨੂੰ ਪੇਸ਼ ਕਰਨ ਦੇ ਲਈ ਮਦਦ ਕੀਤੀ। ਮੈਂ ਦੇਖ ਰਿਹਾ ਸੀ ਉਹਨਾਂ ਦੇ ਨਾਲ ਜਿਹੜੇ ਭਾਈ ਭੈਣ ਆਏ ਸੀ, ਜਿਹੜੇ ਆਪਣਾ ਇਸ ਚੈਨਲ ਦੇ ਵਿੱਚ ਜਾ ਕੇ ਉਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸੀ, ਉਹਨਾਂ ਨੇ ਕਿਸ ਤਰ੍ਹਾਂ ਨਾਲ ਆਪਣੇ ਆਪ ਨੂੰ। ਪਰ ਜਦੋਂ ਅਸੀਂ ਪਰਮੇਸ਼ਵਰ ਦੇ ਮੂਹਰੇ ਜਾਣਾ ਹੈ, ਸਾਡੇ ਚਿਹਰੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਸਾਡੇ ਵਿੱਚ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਉੱਥੇ ਪ੍ਰਗਟ ਹੋਵੇਗਾ। ਇੱਥੇ ਅਸੀਂ ਭਾਵੇਂ ਕੁਝ ਵੀ ਕਰ ਲਈਏ, ਇਹ ਸਭ ਬੇਅਰਥ ਹੈ। ਔਰ ਸੁਲੇਮਾਨ ਉਪਦੇਸ਼ਕ ਦੀ ਪੋਥੀ ਦੇ ਵਿੱਚ ਇਹੀ ਗੱਲ ਕਹਿੰਦਾ ਹੈ, ਕਿੰਨੇ ਵਾਰ ਉਸਨੇ ਕਿਹਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ। ਸਾਨੂੰ ਇਹਨਾਂ ਚੀਜ਼ਾਂ ਦੇ ਮਗਰ ਜਾਣ ਦੀ ਲੋੜ ਨਹੀਂ ਹੈ। ਔਰ ਮੈਂ ਇਹ ਸਮਝਦਾ ਇਸ ਲਈ ਸਾਨੂੰ ਪੁਰਾਣੇ ਸੁਭਾਅ ਨੂੰ ਛੱਡਣ ਦੇ ਲਈ ਰਾਹ ਲੱਭਣਾ ਪਵੇਗਾ। ਪਰ ਮੁਸ਼ਕਲ ਇਹ ਹੈ ਕਿ ਸਾਡੇ ਅੰਦਰ ਲੁਕਿਆ ਹੋਇਆ ਇਹ ਮਨੁੱਖੀ ਸੁਭਾਅ ਇੰਨਾ ਭ੍ਰਿਸ਼ਟ ਹੈ ਕਿ ਉਸ ਨੂੰ ਅਸੀਂ ਸਮਝ ਨਹੀਂ ਸਕਦੇ। ਇਸ ਲਈ ਉਸ ਤੋਂ ਛੁਟਕਾਰਾ ਪ੍ਰਾਪਤ ਕਰਨ ਦੇ ਲਈ ਅਸੀਂ ਉਤਾਵਲੇ ਵੀ ਨਹੀਂ ਹੁੰਦੇ। ਚਲੋ ਚੱਲਦਾ ਹੀ ਹੈ ਜ਼ਿੰਦਗੀ ਤੇ, ਚੱਲਣ ਦਿਓ, ਕੋਈ ਗੱਲ ਨਹੀਂ, ਠੀਕ ਹੈ। ਜਿੱਦਾਂ ਲਾਈਫ ਹੈ ਉੱਦਾਂ ਠੀਕ ਹੈ, ਉਹਦਾ ਕੋਈ ਮਤਲਬ ਨਹੀਂ। ਪਰ ਉਹ ਪਰਮੇਸ਼ਵਰ ਦੇ ਨਿਯਮ ਤੋਂ ਨਹੀਂ ਡਰਦੇ, ਪਰ ਉਹ ਪਰਮੇਸ਼ਵਰ ਦੇ ਕਾਨੂੰਨ ਨੂੰ ਸਮਝਦੇ ਨਹੀਂ, ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਜਾਣਦੇ ਨਹੀਂ ਕਿ ਕਿਸ ਤਰ੍ਹਾਂ ਪਰਮੇਸ਼ਵਰ ਦਾ ਕ੍ਰੋਧ ਸਾਡੇ ਉੱਤੇ ਆਵੇਗਾ। ਇਹ ਗੱਲ ਨਹੀਂ ਉਹ ਸਮਝਦੇ। ਪਰ ਜਦ ਤੱਕ ਅਸੀਂ ਭ੍ਰਿਸ਼ਟ ਸੁਭਾਅ ਅਤੇ ਪੁਰਾਣੇ ਜੀਵਨ ਦੇ ਸੰਬੰਧ ਵਿੱਚ ਮਰ ਨਹੀਂ ਜਾਂਦੇ, ਤਦ ਤੱਕ ਯਿਸੂ ਮਸੀਹ ਦਾ ਜੀਵਨ ਸਾਡੇ ਅੰਦਰ ਨਹੀਂ ਆ ਸਕਦਾ। ਜਦ ਤੱਕ ਅਸੀਂ ਸਰੀਰ ਦੇ ਵਿੱਚ ਮਰ ਨਹੀਂ ਜਾਂਦੇ, ਮਰਨਾ ਹੈ। ਪਰਮੇਸ਼ਵਰ ਦਾ ਦਾਸ ਜਦੋਂ ਰੋਮੀਆਂ ਦੀ ਪੁਸਤਕ ਉਸ ਦਾ ਮੈਂ ਆਪ ਦੇ ਲਈ 6 ਅਧਿਆਏ ਉਸ ਦੀ 6 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਕਿਉਂ ਜੋ ਅਸੀਂ ਇਹ ਜਾਣਦੇ ਹਾਂ ਸਾਡੀ ਪੁਰਾਣੀ ਮਨੁੱਖਤਾ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ, ਭਾਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਅਗਾਂਹ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ। ਇੱਥੇ ਪੌਲਸ ਰਸੂਲ ਕਹਿੰਦਾ ਹੈ ਸਲੀਬ ਦੇ ਉੱਤੇ ਉਹ ਪੁਰਾਣੀ ਇਨਸਾਨੀਅਤ। ਜਦੋਂ ਅਸੀਂ 8 ਦੇ ਵਿੱਚ ਜਾਂਦੇ, 8 ਦੀ 6 ਨੂੰ ਪੜ੍ਹਦੇ ਤਾਂ ਇੱਥੇ ਸਰੀਰ ਦੇ ਬਾਰੇ ਕੀ ਗੱਲ ਕਰ ਰਿਹਾ? ਕਹਿੰਦਾ ਕਿਉਂ ਜੋ ਸਰੀਰਿਕ ਮਨਸ਼ਾ ਮੌਤ ਹੈ। ਇਹਦਾ ਮਤਲਬ ਜਿਹੜੇ ਸਰੀਰ ਦੇ ਉੱਤੇ ਧਿਆਨ ਲਾ ਰਹੇ ਆ ਉਹ ਮੌਤ ਹੈ। ਔਰ ਉਹ ਮੌਤ ਜਿਹੜੀ ਹੈ ਸਦੀਵੀ ਮੌਤ ਹੈ। ਉਸ ਦੇ ਵਿੱਚ ਅੱਗ ਦੇ ਵਿੱਚ ਸੜਨਾ ਅਤੇ ਜਲਣਾ ਅਤੇ ਕਚਿੱਚੀਆਂ ਵੱਟਣਾ ਹੋਵੇਗਾ, ਜਿਸ ਦੇ ਬਾਰੇ ਪਰਮੇਸ਼ਰ ਪੁੱਤਰ ਨੇ ਕਿਹਾ ਸੀ ਉੱਥੇ ਦਾ ਕੀੜਾ ਮਰਦਾ ਨਹੀਂ, ਉਹ ਅੱਗ ਬੁਝਦੀ ਨਹੀਂ। ਹੁਣ ਫੈਸਲਾ ਮੈਂ ਕਰਨਾ ਹੈ ਕਿ ਮੇਰੇ ਅੰਦਰ ਮਸੀਹ ਯਿਸੂ ਕਿਸ ਤਰ੍ਹਾਂ ਪ੍ਰਗਟ ਹੋ ਸਕਦਾ ਹੈ। ਜਦ ਤੱਕ ਮੈਂ ਤੌਬਾ ਨਹੀਂ ਕਰਦਾ, ਸਰੀਰ ਦੇ ਲਈ ਮੈਨੂੰ ਆਪਣੇ ਆਪ ਨੂੰ ਮਰਨਾ ਪਏਗਾ, ਸਲੀਬ ਦੇ ਨਾਲ ਮਰਨਾ ਪਏਗਾ। ਇੱਥੇ ਇਹੋ ਗੱਲ ਤਾਂ ਉਹ ਕਹੀ ਹੈ ਪੌਲਸ ਰਸੂਲ ਨੇ, ਜਦੋਂ ਅਸੀਂ 6 ਦਾ 6 ਪੜ੍ਹਦੇ ਹਾਂ, ਕਹਿੰਦਾ ਹੈ ਕਿ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਸਾਡੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਦਿੱਤੀ ਗਈ। ਜਦੋਂ ਆਪਣਾ ਤੌਬਾ ਕਰਦਾ, ਮੈਂ ਕਹਿੰਦਾ ਹਾਂ ਪ੍ਰਭੂ ਹੁਣ ਮੈਂ ਆਪਣੇ ਜੀਵਨ ਨੂੰ ਤੇਰੀ ਸਲੀਬ ਹੇਠਾਂ ਰੱਖਦਾ ਹਾਂ। ਹੁਣ ਆਪਣਾ ਜੀਵਨ ਮੇਰੇ ਜੀਵਨ ਵਿੱਚ ਦੇ, ਜਿਸ ਜੀਵਨ ਦੇ ਲਈ ਤੂੰ ਕਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ ਅਤੇ ਮੈਨੂੰ ਪਵਿੱਤਰ ਕਰਨ ਦੇ ਲਈ ਆਪਣਾ ਲਹੂ ਦਾ ਖੂਨ ਦਾ ਇੱਕ ਇੱਕ ਕਤਰਾ ਮੇਰੇ ਉੱਤੇ ਬਹਾ ਦਿੱਤਾ ਕਿ ਮੈਂ ਸ਼ੁੱਧ ਅਤੇ ਖਾਲਸ ਹੋ ਜਾਵਾਂ। ਜਦੋਂ ਮੈਂ ਇਹ ਗੱਲ ਨੂੰ ਸਵੀਕਾਰ ਕਰਦਾ ਹਾਂ ਤੇ ਕਹਿੰਦਾ ਹੁਣ ਮੇਰਾ ਜੀਵਨ ਪ੍ਰਭੂ ਮੇਰਾ ਨਹੀਂ, ਹੁਣ ਮੇਰਾ ਸਰੀਰ ਮੇਰਾ ਨਹੀਂ, ਮੇਰੀਆਂ ਸੋਚਾਂ ਮੇਰੇ ਵਿਚਾਰ ਹੁਣ ਮੇਰੇ ਨਹੀਂ, ਹੁਣ ਪ੍ਰਭੂ ਇਹ ਤੇਰੇ ਹੈ। ਹੁਣ ਮੈਂ ਜਿਉਂਦਾ ਨਹੀਂ, ਹੁਣ ਤੂੰ ਮੇਰੇ ਵਿੱਚ ਜਿਉਂਦਾ ਹੈ। ਜਦ ਤੱਕ ਇਹ ਗੱਲ ਸਵੀਕਾਰ ਨਹੀਂ ਹੁੰਦੀ, ਜਦ ਤੱਕ ਮੈਂ ਇਹ ਗੱਲ ਨੂੰ ਮੰਨ ਨਹੀਂ ਲੈਂਦਾ, ਉਦੋਂ ਤੱਕ ਮੇਰੇ ਜੀਵਨ ਦੇ ਵਿੱਚ ਮਸੀਹ ਪ੍ਰਗਟ ਨਹੀਂ ਹੋਏਗਾ। ਉਦੋਂ ਤੱਕ ਮਸੀਹ ਦੇ ਕੰਮ ਮੇਰੇ ਵਿੱਚ ਪ੍ਰਗਟ ਨਹੀਂ ਹੋਣਗੇ। ਉਦੋਂ ਤੱਕ ਮੇਰੇ ਜੀਵਨ ਦੇ ਵਿੱਚ ਮਸੀਹ ਦੇ
ਉਹ ਉੱਚੇ ਵਿਚਾਰ ਮੇਰੇ ਇਸ ਮਨ ਦੇ ਵਿੱਚ ਨਹੀਂ ਆਉਣਗੇ। ਤੁਸੀਂ ਦੇਖ ਲਿਓ, ਕਦੇ ਵੀ ਸਰੀਰਕ ਵਿਅਕਤੀ ਦੇ ਕੋਲ ਖੜ ਕੇ ਦੇਖ ਲਿਓ, ਸਰੀਰ ਦੀਆਂ ਅਜਿਹੀਆਂ ਗੰਦੀਆਂ ਗੱਲਾਂ ਕਰੇਗਾ, ਸਰੀਰ ਦੇ ਅਜਿਹੇ ਗੰਦੇ ਵਿਚਾਰ ਪ੍ਰਗਟ ਕਰੇਗਾ ਜਿਹੜੇ ਸੁਣਨ ਦੇ ਵੀ ਲਾਇਕ ਨਹੀਂ ਹੈ, ਦੇਖਣ ਦੇ ਵੀ ਲਾਇਕ ਨਹੀਂ ਹੈ। ਉਹਨਾਂ ਨੂੰ ਲੱਜ਼ਾ ਨਹੀਂ ਹੈ, ਉਹਨਾਂ ਨੂੰ ਸ਼ਰਮ ਨਹੀਂ ਹੈ, ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਤੁਸੀਂ ਗੱਲ ਕਰ ਲਓ, ਉਹ ਹਮੇਸ਼ਾ ਝੂਠ ਅਤੇ ਨਿੰਦਾ ਦੇ ਨਾਲ ਭਰੇ ਰਹਿੰਦੇ ਆ। ਬਾਈਬਲ ਦੇ ਵਿੱਚ ਲਿਖਿਆ, ਉਹਨਾਂ ਦੀਆਂ ਅੱਖਾਂ ਲਾਲਗੀ ਦੇ ਵਿੱਚ ਰਹਿੰਦੀਆਂ, ਸ਼ਿਕਾਰ ਦੇ ਉੱਤੇ ਰਹਿੰਦੀਆਂ। ਇਸ ਲਈ ਪਿਆਰੋ, ਮੇਰਾ ਆਪ ਦੇ ਅੱਗੇ ਇੱਕੋ ਹੀ ਅਨੁਰੋਧ ਹੈ ਕਿ ਅਸੀਂ ਆਪਣੇ ਸਰੀਰ ਨੂੰ ਉਸ ਦੇ ਅੱਗੇ ਮਾਰਨਾ ਹੈ। ਮੈਂ ਇਹ ਸਮਝਦਾ ਹਾਂ ਜ਼ਿਆਦਾਤਰ ਲੋਕ ਇਸ ਜੀਵਨ ਤੋਂ ਨਿਕਲਣ ਦੇ ਲਈ ਕੀ ਕਰਦੇ ਆ, ਮੈਂ ਵਿਸ਼ਵਾਸੀ ਲੋਕਾਂ ਦੀ ਗੱਲ ਕਰਦਾ, ਉਹ ਰੋਜ਼ੇ ਰੱਖਦੇ ਆ, ਉਹ ਦੇਹ ਨੂੰ ਆਪਣੇ ਜੀਵਨ ਦੇ ਵਿੱਚ ਕਸ਼ਟ ਦਿੰਦੇ ਆ, ਉਹ ਲੰਬੀਆਂ ਪ੍ਰਾਰਥਨਾ ਦੇ ਦੁਆਰਾ ਆਪਣੇ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ, ਉਹ ਅਸਫਲ ਹੋ ਜਾਂਦੇ ਆ। ਕਿਉਂ ਅਸਫਲ ਹੋ ਜਾਂਦੇ? ਕਾਹਤੇ ਅਸਫਲ ਹੋ ਜਾਂਦੇ? ਕਾਰਨ ਉਹਨਾਂ ਨੇ ਆਪਣੇ ਸਰੀਰ ਨੂੰ ਸਲੀਬ ਦੇ ਉੱਤੇ ਚਾੜਿਆ ਨਹੀਂ ਹੈ। ਸਹੀ ਮਾਇਨੇ ਦੇ ਵਿੱਚ ਉਹਨਾਂ ਨੇ ਸਲੀਬ ਨੂੰ ਚਾੜਿਆ। ਮੈਂ ਕਈ ਬੰਦਿਆਂ ਨੂੰ ਜਾਣਦਾ ਹਾਂ, ਜਦੋਂ ਮੈਂ ਕਈ ਬੰਦਿਆਂ ਨੂੰ ਮਿਲਦਾ, ਉਹ ਮੈਨੂੰ ਮਿਲਦੇ ਆ ਔਰ ਮੈਨੂੰ ਕਹਿੰਦੇ ਆ ਪ੍ਰਾਰਥਨਾ ਕਰੋ। ਮੈਂ ਪ੍ਰਾਰਥਨਾ ਕਰਦਾ ਤਾਂ ਮੈਨੂੰ ਕਹਿੰਦੇ, ਭਾਜੀ ਤੁਹਾਡੇ 'ਚ ਤਾਂ ਪਵਿੱਤਰ ਆਤਮਾ ਨਹੀਂ ਹੈ। ਮੈਂ ਕਿਹਾ ਬਹੁਤ ਅੱਛੀ ਗੱਲ ਹੈ, ਮੇਰੇ 'ਚ ਪਵਿੱਤਰ ਆਤਮਾ ਨਹੀਂ, ਤੁਹਾਡੇ ਕੋਲ ਹੈਗੀ ਹੈ? ਕਹਿੰਦੇ ਹਾਂਜੀ। ਪ੍ਰਗਟ ਕਰਕੇ ਦਿਖਾ ਲਓ ਮੈਨੂੰ। ਉਹ ਪ੍ਰਾਰਥਨਾ ਕਰਦੇ ਸ਼ਾਰਾ ਲੱਖਾ ਬਾਖਾ ਲੱਖ। ਮੈਂ ਕਿਹਾ ਰੁਕ ਜਾਓ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ। ਕਹਿੰਦੇ ਹਾਂਜੀ ਕਰੋ। ਪਰਮੇਸ਼ਵਰ ਦਾ ਜਿਹੜਾ ਪਵਿੱਤਰ ਵਚਨ ਹੈ, ਇਹ ਕਿਹਦਾ ਲਿਖਿਆ ਹੋਇਆ? ਕਹਿੰਦੇ ਪਰਮੇਸ਼ਵਰ ਦੇ ਆਤਮਾ ਦਾ। ਜੇ ਪਰਮੇਸ਼ਵਰ ਦੇ ਆਤਮਾ ਦਾ ਲਿਖਿਆ ਹੋਇਆ, ਤੁਸੀਂ ਇਹਨੂੰ ਮੰਨਦੇ ਕਿਉਂ ਨਹੀਂ? ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਤੁਸੀਂ ਕਹਿੰਦੇ ਆਤਮਾ ਨਹੀਂ ਹੈਗੀ, ਮੈਂ ਕਹਿੰਦਾ ਤੁਹਾਡੇ ਵਿੱਚ ਆਤਮਾ ਦਾ ਅੰਸ਼ ਵੀ ਹੈ ਨਹੀਂ। ਤੁਸੀਂ ਨਵਾਂ ਜਨਮ ਪਾਇਆ? ਹਾਂ। ਕਹਿੰਦੇ ਅਸੀਂ ਬਪਤਿਸਮਾ ਲਿਆ ਹੈ। ਮੈਂ ਕਿਹਾ ਤੁਹਾਨੂੰ ਨਵੇਂ ਜਨਮ ਦਾ ਵੀ ਨਹੀਂ ਪਤਾ ਹੈ। ਹਾਂ। ਮੈਂ ਹੁਣ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਬਾਈਬਲ ਦਾ ਇੱਕ ਵੀ ਵਚਨ ਤੁਹਾਨੂੰ ਯਾਦ ਹੈ? ਮੈਨੂੰ ਸੁਣਾਓ। ਸਹੀ ਤਰੀਕੇ ਦੇ ਨਾਲ ਯਾਦ ਹੈ? ਨਹੀਂ, ਯਾਦ ਨਹੀਂ। ਫਿਰ ਤੁਸੀਂ ਬੰਦਗੀ ਦੇ ਵਿੱਚ ਜਾਂਦੇ ਹੋ, ਰੋਜ਼ੇ ਰੱਖਦੇ ਹੋ, ਬਹੁਤ ਜ਼ੋਰ ਦੇ ਨਾਲ ਜੋਸ਼ ਨਾਲ ਗੀਤ ਗਾਉਂਦੇ ਹੋ, ਸਭ ਕੁਝ ਕਰਦੇ, ਵਿਅਰਥ ਹੈ। ਇਹ ਸਰੀਰਕ ਮਨਸ਼ਾ ਹੈ। ਆਪਣੇ ਆਪ ਨੂੰ ਤੁਸੀਂ ਸਰੀਰ ਨੂੰ ਮਸੀਹ ਦੀ ਸਲੀਬ ਦੇ ਉੱਤੇ ਦਿੱਤਾ ਨਹੀਂ ਹੈ। ਤੁਸੀਂ ਪਰਮੇਸ਼ਵਰ ਦੇ ਕੋਲੋਂ ਬਰਕਤ ਨਹੀਂ ਪ੍ਰਾਪਤ ਕਰ ਸਕਦੇ। ਤੁਸੀਂ ਪਰਮੇਸ਼ਵਰ ਦੇ ਨਾਲ ਵਾਰਤਾਲਾਪ ਨਹੀਂ ਕਰ ਸਕਦੇ। ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਨੂੰ ਨਹੀਂ ਸੁਣ ਸਕਦਾ। ਤੁਹਾਡੇ ਅੰਦਰ ਪਰਮੇਸ਼ਵਰ ਦਾ ਵਚਨ ਹੀ ਨਹੀਂ ਹੈ। ਜੇ ਤੁਹਾਡੇ ਅੰਦਰ ਪਰਮੇਸ਼ਵਰ ਦਾ ਵਚਨ ਹੈ ਤਾਂ ਤੁਹਾਡੇ ਵਿੱਚ ਆਤਮਾ ਹੈ, ਕਿਉਂਕਿ ਇਹ ਸਾਰੀ ਲਿਖ ਕਿਹਦੇ ਰਾਹੀਂ ਲਿਖੀ ਗਈ? ਪਰਮੇਸ਼ਵਰ ਦੇ ਆਤਮਾ ਦੇ ਰਾਹੀਂ। ਇੱਕ ਵਚਨ ਵੀ ਤੁਹਾਨੂੰ ਯਾਦ ਨਹੀਂ ਹੈ। ਮੈਂ ਸਮਝਦਾ ਹਾਂ ਇਹ ਗਲਾਸ ਹੈ ਮੇਰੇ ਕੋਲ, ਇਹ ਗਲਾਸ ਖਾਲੀ ਹੈ। ਕੋਈ ਵੀ ਆਪਣਾ ਇਹਨੂੰ ਦੇਖੇਗਾ ਕਹੇਗਾ ਖਾਲੀ ਹੈ, ਪਰ ਜਦੋਂ ਇਹਨੂੰ ਮੈਂ ਪਾਣੀ ਦੇ ਨਾਲ ਭਰ ਦੇਵਾਂਗਾ ਤਾਂ ਉਹ ਕਹੇਗਾ ਪਾਣੀ ਨਾਲ ਭਰਿਆ ਹੋਇਆ ਗਲਾਸ ਹੈ। ਕਿ ਤੁਹਾਡੇ ਕੋਲ ਇਸ ਤਰ੍ਹਾਂ ਪਰਮੇਸ਼ਰ ਦੇ ਵਚਨ ਨਾਲ ਤੁਸੀਂ ਭਰੇ ਹੋਏ ਹੋ? ਖਾਲੀ ਹੋ। ਮਸੀਹ ਦਾ ਵਚਨ ਤੁਹਾਡੇ ਅੰਦਰ ਹੀ ਨਹੀਂ ਹੈ। ਮਸੀਹ ਦੇ ਵਚਨ ਨੂੰ ਅੰਦਰ ਲਿਆਓ ਔਰ ਉਹਨੂੰ ਪ੍ਰਗਟ ਕਰੋ। ਉਹ ਪ੍ਰਗਟ ਕਰੋਗੇ, ਦੂਸਰਿਆਂ ਨੂੰ ਦੱਸਣ ਵਾਲੇ ਬਣੋਗੇ, ਤਾਂ ਦੂਸਰੇ ਤੁਹਾਡੇ ਕੋਲ ਆਣਗੇ, ਉਹ ਤੁਹਾਡੇ ਕੋਲੋਂ ਆਸ਼ੀਸ਼ ਪ੍ਰਾਪਤ ਕਰਨਗੇ ਅਤੇ ਤੁਹਾਡੇ ਕੋਲੋਂ ਉਹ ਪਰਮੇਸ਼ਵਰ ਦੀ ਮਿਰਾਸ ਜੋ ਤੁਹਾਡੇ ਜੀਵਨ 'ਚ, ਤੁਹਾਡੇ ਜੀਵਨ ਦੇ ਵਿੱਚ ਉਹ ਦੇਖਣਗੇ। ਮਸੀਹ ਅੰਦਰ ਨਹੀਂ ਹੈ। ਕਿਉਂ ਨਹੀਂ ਹੈ? ਵਚਨ ਨਹੀਂ ਹੈਗਾ। ਮੈਂ ਕਿਹਾ ਮੇਰੇ ਕਲੀਸਿਆ ਦੇ ਵਿੱਚ ਇੱਕ ਛੋਟਾ ਬੱਚਾ ਵੀ ਤੁਹਾਨੂੰ ਗੋਸਪਲ ਸੁਣਾ ਦੇਵੇਗਾ। ਤੁਸੀਂ ਕਹਿੰਦੇ ਆ ਤੁਹਾਡੇ ਕੋਲ ਪਵਿੱਤਰ ਆਤਮਾ। ਮੈਂ ਕਿਹਾ ਤੁਹਾਨੂੰ ਜਿੱਦਾਂ ਸਿਖਾਇਆ ਗਿਆ ਤੁਸੀਂ ਉਦਾਂ ਹੀ ਬੋਲੋਗੇ। ਅਸਲ ਪਰਮੇਸ਼ਰ ਦੇ ਵਚਨ ਨੂੰ ਪਹਿਲਾਂ ਮੈਂ ਇਹ ਵੀ ਗੱਲ ਪੁੱਛੀ ਕਿ ਤੁਹਾਨੂੰ ਪਤਾ ਹੈ ਬਾਈਬਲ ਦਾ ਹਾਰਟ ਕੀ ਹੈ? ਬਾਈਬਲ ਦਾ ਹਾਰਟ ਦਾ ਵਚਨ ਕੀ ਹੈ? ਨਹੀਂ। ਯਹੋਨਾ 3:16 ਪਤਾ ਹੀ ਨਹੀਂ। ਜਿਹੜਾ ਪਰਮੇਸ਼ਵਰ ਦਾ ਦਿਲ ਆ ਉਹ ਹੀ ਨਹੀਂ ਪਤਾ। ਫਿਰ ਕਿੱਦਾਂ ਕਵਾਂਗੇ ਯਿਸੂ ਮਸੀਹ ਸਾਡੇ ਅੰਦਰ ਹੈ? ਅਸੀਂ ਯਿਸੂ ਦੀ ਸਲੀਬ ਨੂੰ
ਸਦਾ ਲਈ ਫਿਰਦੇ ਆ ਪੌਲਸ ਦੀ ਤਰ੍ਹਾਂ ਅਸੀਂ ਇਹ ਕਹਿ ਸਕਦੇ? ਨਹੀਂ ਕਹਿ ਸਕਦੇ। ਕਹਿਣ ਦੇ ਲਈ ਮੇਰੇ ਅੰਦਰ ਪਰਮੇਸ਼ਰ ਦਾ ਵਚਨ ਅਤੇ ਪਰਮੇਸ਼ਰ ਦਾ ਵਿਚਾਰ, ਪਰਮੇਸ਼ਰ ਦਾ ਸੁਭਾਅ ਔਰ ਪਰਮੇਸ਼ਰ ਦੀਆਂ ਗੱਲਾਂ ਜੋ ਵਚਨ ਦੇ ਵਿੱਚ ਲਿਖੀਆਂ ਮੇਰੇ ਅੰਦਰ ਹੋਣੀਆਂ ਚਾਹੀਦੀਆਂ। ਜੇ ਮੇਰੇ ਅੰਦਰ ਨਹੀਂ, ਮੈਂ ਉਹਦੇ ਪ੍ਰਤੀ ਅਣਖੀ ਵੀ ਨਹੀਂ। ਮੇਰਾ ਪ੍ਰਭੂ ਅਣਖੀ ਸੀ ਮੇਰੇ ਲਈ, ਤਦੇ ਉਹ ਸਲੀਬ ਤੇ ਚੜ ਗਿਆ ਮੇਰੇ ਲਈ। ਮੈਨੂੰ ਬਚਾਉਣ ਕਿ ਮੈਂ ਅਣਖੀ ਹਾਂ ਇਸ ਤਰ੍ਹਾਂ। ਜੇ ਮੈਂ ਇਸ ਤਰ੍ਹਾਂ ਅਣਖੀ ਹਾਂ ਤਾਂ ਮੇਰੇ ਅੰਦਰ ਮਸੀਹ ਅਤੇ ਮਸੀਹ ਦਾ ਸੁਭਾਅ ਅਤੇ ਮਸੀਹ ਦੇ ਵਿਚਾਰ ਅਤੇ ਮਸੀਹ ਦੀਆਂ ਗੱਲਾਂ ਮੇਰੇ ਵਿੱਚ ਪ੍ਰਗਟ ਹੋਣਗੀਆਂ। ਲਾਲਾ ਕਰਕੇ ਕੋਈ ਗੱਲ ਨਹੀਂ ਹੋਏਗੀ। ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਹੈ, ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਦੇਖਣਾ ਹੈ, ਪਰਮੇਸ਼ਰ ਦੀ ਮਿਰਾਸ ਨੂੰ ਆਪਣੇ ਜੀਵਨ ਵਿੱਚ ਦੇਖਣਾ ਹੈ, ਪਰਮੇਸ਼ਰ ਦੇ ਪਿਆਰ ਨੂੰ ਆਪਣੇ ਜੀਵਨ ਵਿੱਚ ਦੇਖਣਾ ਹੈ, ਪਰਮੇਸ਼ਰ ਦੀ ਸ਼ਾਂਤੀ ਨੂੰ ਆਪਣੇ ਵਿੱਚ ਦੇਖਣਾ ਹੈ, ਪਰਮੇਸ਼ਰ ਦੇ ਆਨੰਦ ਨੂੰ ਆਪਣੇ ਵਿੱਚ ਦੇਖਣਾ ਹੈ। ਤਾਂ ਸਲੀਬ ਦੇ ਉੱਤੇ ਆਪਣੇ ਸਰੀਰ ਨੂੰ ਔਰ ਆਪਣੇ ਕੰਮਾਂ ਨੂੰ, ਆਪਣੀਆਂ ਗੱਲਾਂ ਨੂੰ ਗੱਡ ਦਿਓ। ਇੱਕ ਮਸੀਹ ਤੂੰ ਮੇਰੇ ਵਿੱਚ ਜ਼ਿੰਦਾ ਹੈ, ਤੂੰ ਮੇਰੇ ਵਿੱਚ ਕੰਮ ਕਰ। ਹੁਣ ਮੈਂ ਆਪਣੀ ਇੱਛਾ ਦੇ ਅਨੁਸਾਰ ਨਹੀਂ, ਤੇਰੇ ਵਚਨ ਦੀ ਇੱਛਾ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੁੰਦਾ ਹਾਂ, ਮੇਰੀ ਮਦਦ ਕਰ। ਤਦ ਉਹ ਤੁਹਾਡੇ ਅੰਦਰ ਆਏਗਾ। ਬਾਈਬਲ ਦੇ ਵਿੱਚ ਮੈਂ ਕੁਝ ਵਚਨ ਆਪ ਦੇ ਲਈ ਪੜ੍ਹਨਾ ਚਾਹੁੰਦਾ ਹਾਂ। ਗਲਾਤੀਆਂ ਦੀ ਪੁਸਤਕ 6:17 ਵਿੱਚ ਪੌਲਸ ਇਸ ਤਰ੍ਹਾਂ ਕਹਿੰਦਾ ਹੈ ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ, ਕਿਉਂ ਜੋ ਮੈਂ ਆਪਣੀ ਦੇਹ ਉੱਤੇ ਯਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ। ਯਸੂ ਦੇ ਦਾਗ, ਯਸੂ ਦੇ ਲਈ ਤੁਸੀਂ ਕਸ਼ਟ ਉਠਾਇਆ, ਯਸੂ ਦੇ ਲਈ ਤੁਸੀਂ ਗਾਲਾਂ ਖਾਧੀਆਂ, ਯਸੂ ਦੇ ਲਈ ਤੁਸੀਂ ਚਪੇੜਾਂ ਖਾਧੀਆਂ, ਯਸੂ ਦੇ ਲਈ ਤੁਸੀਂ ਨਿੰਦਿਤ ਹੋਏ। ਜੇ ਤੁਸੀਂ ਇਹ ਗੱਲਾਂ ਕੀਤੀਆਂ ਤਾਂ ਉਸ ਸਲੀਬ ਦੇ ਬਾਰੇ ਤੁਸੀਂ ਕਹੋਗੇ। ਇਸੇ ਕਰਕੇ ਪ੍ਰਭੂ ਨੇ ਕਿਹਾ ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਆਪਣੀ ਸਲੀਬ ਆਪ ਚੁੱਕੇ। ਪ੍ਰਭੂ ਤਾਂ ਅੰਦਰ ਪ੍ਰਗਟ ਨਹੀਂ ਹੈ। ਕਿਸ ਤਰ੍ਹਾਂ ਤੁਸੀਂ ਕਹੋਗੇ? ਕਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਮਸੀਹ ਦੀ ਸਲੀਬ ਨੂੰ ਚੁੱਕ ਰਿਹਾ? ਇੱਕ ਭਾਈ ਨੇ ਮੈਨੂੰ ਕਿਹਾ, ਕਹਿੰਦਾ ਭਾਈ ਇਹ ਪ੍ਰਚਾਰ ਕਰਨਾ ਸਾਡਾ ਕੰਮ ਨਹੀਂ ਹੈ, ਇਹ ਤੁਹਾਡਾ ਕੰਮ ਹੈ। ਮੈਂ ਕਿਹਾ ਬਹੁਤ ਅੱਛੀ ਗੱਲ ਹੈ। ਪ੍ਰਭੂ ਨੇ ਜਿਹੜੀ ਆਪਣੀ ਜਾਨ ਸਲੀਬ ਦੇ ਉੱਤੇ ਦਿੱਤੀ ਆ, ਮੇਰੇ ਲਈ ਦਿੱਤੀ ਹੈ, ਤੁਹਾਡੇ ਲਈ ਨਹੀਂ ਦਿੱਤੀ। ਦਾ ਮਤਲਬ ਬਾਈਬਲ ਦੇ ਵਿੱਚ ਲਿਖਿਆ ਸਾਰੀ ਮਨੁੱਖ ਜਾਤੀ ਦੇ ਲਈ ਮਾਰਿਆ ਗਿਆ। ਤਾਂ ਉਹਦੀ ਖੁਸ਼ਖਬਰੀ ਕਿਹਨੇ ਸੁਣਾਉਣੀ ਹੈ? ਹਰ ਇੱਕ ਉਸ ਵਿਅਕਤੀ ਨੇ ਜਿਸ ਨੇ ਮੰਨ ਲਿਆ ਹੈ ਕਿ ਯਿਸੂ ਮਸੀਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ, ਉਸ ਦਾ ਹੈ। ਜਿਹੜੇ ਸਵੀਕਾਰ ਕਰਦੇ ਹੈ ਉਹਨਾਂ ਦੇ ਵਿੱਚ ਫਿਰ ਮਸੀਹ ਪ੍ਰਗਟ ਹੁੰਦਾ ਹੈ। ਉਹਨਾਂ ਦੇ ਅੰਦਰ ਫਿਰ ਮਸੀਹ ਦਾ ਜੀਵਨ ਅੰਦਰੋਂ ਪ੍ਰਗਟ ਹੋ ਕੇ ਸਾਹਮਣੇ ਪ੍ਰਗਟ ਹੋ ਕੇ ਦੱਸਦਾ ਹੈ, ਹਾਂ ਇਹ ਮਸੀਹੀ ਹੈ। ਅਸੀਂ ਗੱਲਾਂ ਕਰਨ ਵਾਲੇ ਮਸੀਹ ਨਾ ਬਣੀਏ, ਅਸੀਂ ਸਲਾਹਾਂ ਦੇਣ ਵਾਲੇ ਮਸੀਹੀ ਨਾ ਬਣੀਏ, ਅਸੀਂ ਚੱਲਣ ਵਾਲੇ ਮਸੀਹ ਬਣੀਏ। ਜਿਨ੍ਹਾਂ ਨੂੰ ਦੇਖ ਕੇ ਆਤੰਕੀਆਂ ਦੇ ਵਿੱਚ ਲੋਕਾਂ ਨੇ ਕਿਹਾ ਸੀ ਇਹ ਹੈ ਮਸੀਹੀ, ਜਿੱਥੇ ਉਹ ਪਹਿਲੇ ਮਸੀਹੀ ਸਦਾਏ। ਪਿਆਰੋ, ਅਸੀਂ ਉਹ ਕੰਮ ਕਰਨਾ ਹੈ। ਅਸੀਂ ਜਦ ਤੱਕ ਉਹ ਕੰਮ ਨਹੀਂ ਕਰਾਂਗੇ ਤਾਂ ਮਸੀਹ ਮੇਰੇ ਵਿੱਚ ਪ੍ਰਗਟ ਨਹੀਂ ਹੋਵੇਗਾ। ਦੂਸਰੀ ਮੈਂ ਆਇਤ ਪੜ੍ਹਨਾ ਚਾਹੁੰਦਾ ਹਾਂ, ਰੋਮੀਆਂ ਦੀ ਪੁਸਤਕ 8:17। ਰੋਮੀਆਂ ਦੀ ਪੁਸਤਕ 8:17 ਇੱਥੇ ਲਿਖਿਆ ਹੈ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਰ ਦੇ ਅਧਿਕਾਰੀ, ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ, ਅਸੀਂ ਮਸੀਹ ਦੀ ਮੌਤ ਨੂੰ, ਮਰਨ ਨੂੰ ਆਪਣੀ ਦੇਹ ਵਿੱਚ ਲਈ ਫਿਰਦੇ ਹਾਂ। ਦੁੱਖ ਨੂੰ ਝੱਲੀਏ। ਪੌਲਸ ਕਹਿੰਦਾ ਹੈ ਕੁਰੰਥ ਦੇ ਲੋਕਾਂ ਨੂੰ, ਉਹ ਬੋਲਣ ਵਾਲੇ ਮਸੀਹ ਨਾ, ਅਸੀਂ ਯਿਸੂ ਮਸੀਹ ਦੇ ਚੇਲੇ ਹਾਂ ਜੀ। ਇਹ ਚੇਲੇ ਨਹੀਂ ਹੈ। ਚੇਲੇ ਉਹ ਹੈ ਜਿਹੜੇ ਯਿਸੂ ਮਸੀਹ ਦੇ ਪਦ ਚਿੰਨ੍ਹਾਂ ਦੇ ਵਿੱਚ ਚੱਲਦੇ ਆ। ਗਾਣਾ ਗਾਉਂਦੇ ਹੁੰਦੇ ਆ ਅਸੈਂਬਲੀ ਦੇ ਵਿੱਚ, ਤਨ ਮਨ ਔਰ ਧਨ ਉਸੇ ਤੋਂ, अपने यीशु को सब कुछ दो। यीशु नाम को अपना कहना, कांटों की राहों पर चलना। ਅਸੀਂ ਇਹ ਕਰ ਹੀ ਨਹੀਂ ਰਹੇ। ਜੇ ਕਰ ਨਹੀਂ ਰਹੇ ਤਾਂ ਫਿਰ ਮਸੀਹ ਮੇਰੇ ਚ ਕਿੱਦਾਂ ਪ੍ਰਗਟ ਹੋਊਗਾ? ਫਿਰ ਮਸੀਹ ਸਾਡੇ ਅੰਦਰ ਕਿਸ ਤਰ੍ਹਾਂ ਪ੍ਰਗਟ ਹੋਊਗਾ? ਅਸੀਂ ਤਾਂ ਲੱਗੇ ਆ ਸਰੀਰ ਦੀਆਂ ਗੱਲਾਂ ਦੇ ਵਿੱਚ, ਅਸੀਂ ਲੱਗੇ ਆ ਮਨ ਦੀਆਂ ਗੱਲਾਂ ਦੇ ਵਿੱਚ, ਅਸੀਂ ਲੱਗੇ ਆ ਲੋਕਾਂ ਨੂੰ ਰੁਝਾਉਣ ਦੀਆਂ ਗੱਲਾਂ ਦੇ ਵਿੱਚ। ਪਿਆਰੋ,
ਕਦੀ ਵੀ ਅਸੀਂ ਇਸ ਦੇ ਰਾਹੀਂ ਆਪਣੇ ਜੀਵਨ ਦੇ ਵਿੱਚ ਮਸੀਹ ਨੂੰ ਕਦੇ ਪ੍ਰਗਟ ਨਹੀਂ ਕਰ ਸਕਦੇ ਹਾਂ। ਕਹਿੰਦਾ ਯਿਸੂ ਦਾ ਜੀਵਨ ਸਾਡੀ ਦੇਹ ਵਿੱਚ ਪ੍ਰਗਟ ਹੋਵੇ। ਉਹ ਤਦੇ ਪ੍ਰਗਟ ਹੋਵੇਗਾ ਜਦੋਂ ਮੈਂ ਉਹਦੇ ਪਦ ਚਿੰਨ੍ਹਾਂ ਦੇ ਨਾਲ ਬਰਾਬਰ ਚੱਲਾਂਗਾ। ਅੰਤਿਮ ਵਚਨ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਪਹਿਲਾ ਪਤਰਸ 4:13। ਪਹਿਲਾ ਪਤਰਸ 4:13 ਇੱਥੇ ਲਿਖਿਆ ਹੈ, ਕਹਿੰਦਾ ਹੈ ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਨੇ ਕੁ ਆਨੰਦ ਕਰੋ ਭਾਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਤੁਸੀਂ ਵੀ ਡਾਢੇ ਆਨੰਦ ਨਾਲ ਨਿਹਾਲ ਹੋਵੋ। ਨਿਹਾਲ ਤਦੇ ਹੀ ਹੋਵਾਂਗੇ ਜਦੋਂ ਅਸੀਂ ਮਸੀਹ ਦੀ ਮੌਤ ਨੂੰ ਆਪਣੇ ਜੀਵਨ ਵਿੱਚ ਲੈ ਕੇ ਚੱਲਾਂਗੇ। ਮਤਲਬ ਕਿ ਮਸੀਹ ਦੀ ਖੁਸ਼ਖਬਰੀ ਨੂੰ, ਔਰ ਜਦੋਂ ਖੁਸ਼ਖਬਰੀ ਨੂੰ ਲੈ ਕੇ ਚੱਲਾਂਗੇ ਤਾਂ ਸਾਡੀ ਦੇਹ ਦੇ ਵਿੱਚ ਪ੍ਰਗਟ ਹੋਵੇਗਾ। ਪਿਆਰੋ, ਜੇ ਤੁਸੀਂ ਚਾਹੁੰਦੇ ਆ ਕਿ ਯਿਸੂ ਮਸੀਹ ਦਾ ਜੀਵਨ ਸਾਡੇ ਅੰਦਰ ਪ੍ਰਗਟ ਹੋਵੇ ਤਾਂ ਆਪਣੇ ਸਰੀਰ ਨੂੰ ਸਲੀਬ ਦੇ ਉੱਤੇ ਗੱਡ ਦਿਓ ਅਤੇ ਮਸੀਹ ਦੇ ਵਚਨ ਦੇ ਨਾਲ ਆਪਣੇ ਆਪ ਨੂੰ ਭਰ ਲਓ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਵਿੱਚ ਮਸੀਹ ਦਾ ਜੀਵਨ ਸਭ ਦੇ ਸਾਹਮਣੇ ਪ੍ਰਗਟ ਹੋਵੇਗਾ ਅਤੇ ਲੋਕ ਕਹਿਣਗੇ ਇਹ ਹੈ ਯਿਸੂ ਮਸੀਹ ਦਾ ਚੇਲਾ। ਕਿਸੇ ਨੇ ਕਿਹਾ ਤੁਹਾਨੂੰ ਇਸ ਤਰ੍ਹਾਂ ਕਿ ਤੁਸੀਂ ਯਿਸੂ ਮਸੀਹ ਦੇ ਚੇਲੇ ਹੋ? ਮੈਨੂੰ ਬਹੁਤ ਵਾਰ ਇੱਥੇ ਮੇਰੇ ਆਲੇ ਦੁਆਲੇ ਦੇ ਲੋਕ ਵੀ ਕਹਿੰਦੇ ਆ ਉਹ ਹੈ ਜੀ ਯਿਸੂ ਮਸੀਹ ਦਾ ਚੇਲਾ ਜਾ ਰਿਹਾ। ਜਦੋਂ ਮੈਂ ਝੋਲਾ ਪਾ ਕੇ ਆਪਣਾ ਨਿਕਲਦਾ ਸੀ ਤਾਂ ਮੈਨੂੰ ਆਪਣਾ ਲੋਕ ਪੰਡਤ ਕਹਿਣ ਲੱਗ ਗਏ। ਮੇਰੇ ਝੋਲੇ ਦੇ ਵਿੱਚ ਲਿਟਰੇਚਰ ਹੁੰਦਾ ਸੀ ਅਤੇ ਉਸ ਸਮੇਂ ਦੇ ਵਿੱਚ ਮੈਂ ਉਹਨਾਂ ਨੂੰ ਕਹਿੰਦਾ ਹਾਂ ਮੈਂ ਪੰਡਤ ਹਾਂ ਯਿਸੂ ਮਸੀਹ ਦਾ। ਜਦੋਂ ਉਹਨਾਂ ਨੂੰ ਦਿਖਾਉਂਦਾ ਸੀ, ਉਹਨਾਂ ਨੂੰ ਕਿਤਾਬਾਂ ਦਿੰਦਾ ਸੀ, ਤਦ ਉਹ ਲੋਕ ਕਹਿਣ ਲੱਗ ਗਏ ਉਹ ਜਾਂਦਾ ਯਿਸੂ ਮਸੀਹ ਦਾ ਚੇਲਾ। ਇਹ ਆਸਾਨ ਨਹੀਂ ਹੈ। ਇਸ ਦੇ ਲਈ ਆਪਣੇ ਆਪ ਨੂੰ, ਆਪਣੇ ਮਨ ਨੂੰ, ਆਪਣੇ ਜੀਵਨ ਨੂੰ ਤਿਆਰ ਕਰਨਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਪਰਮੇਸ਼ਵਰ ਇਸ ਤਰ੍ਹਾਂ ਕਰਨ ਦੇ ਲਈ ਮੇਰੀ ਅਤੇ ਆਪ ਦੀ ਮਦਦ ਕਰਦਾ ਹੈ। ਉਹ ਪਿੱਛੇ ਨਹੀਂ ਹਟਦਾ, ਉਹ ਸਾਡੀ ਸਹਾਇਤਾ ਕਰਨ ਨੂੰ ਤਿਆਰ ਹੈ। ਇਸ ਲਈ ਪ੍ਰਭੂ ਯਿਸੂ ਮਸੀਹ ਦਾ ਜੀਵਨ ਸਾਡੇ ਅੰਦਰ ਸਰੀਰ ਨੂੰ ਸਲੀਬ ਦੇ ਉੱਤੇ ਗੱਡ ਕੇ ਅਤੇ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਲਿਆ ਕੇ ਔਰ ਇਸ ਦੇ ਅਨੁਸਾਰ ਚੱਲ ਕੇ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ। ਪਰਮੇਸ਼ਰ ਇਸ ਤਰ੍ਹਾਂ ਆਪ ਦੇ ਜੀਵਨ ਦੇ ਵਿੱਚ ਪ੍ਰਗਟ ਹੋਣ ਦੇ ਲਈ ਮਸੀਹ ਦੇ ਜੀਵਨ ਨੂੰ ਆਪ ਦੀ ਮਦਦ ਕਰੇ। ਜੈ ਮਸੀਹ ਦੀ।